ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਪ੍ਰੋਗਰਾਮ ਦੇ ਸੈਗਮੈਂਟ ਵਿੱਚ ਬਹੁਤ ਹੀ ਇੰਟਰਸਟਿੰਗ ਇਨਫੋਰਮੇਸ਼ਨ ਸਾਡੇ ਕੋਲ ਲੈ ਕੇ ਪਹੁੰਚੇ ਹੋਏ ਨੇ ਸਟੂਡੀਓ ਦੇ ਵਿੱਚ ਆਜ਼ਾਦ ਸਿੰਘ ਸਿੱਧੂ, ਜਿਹੜੇ ਕਿ ਸਿੱਖ ਮੋਟਰਸਾਈਕਲ ਕਲੱਬ ਦੇ ਇਹ ਮੈਂਬਰ ਨੇ, ਤੇ ਇਹਨਾਂ ਵੱਲੋਂ ਵਰਲਡ ਟੂਰ 2019 ਦਾ ਹੈ ਉਸ ਦਾ ਆਯੋਜਨ ਕੀਤਾ ਗਿਆ ਅਤੇ ਇਹ ਟ੍ਰਿਪਸ ਮੋਟਰਸਾਈਕਲਸ ਤੇ ਜਾ ਕੇ ਇਹਨਾਂ ਨੇ ਲੰਡਨ ਤੋਂ ਲੈ ਕੇ ਪੰਜਾਬ ਤੱਕ ਪਹੁੰਚੇ ਅਤੇ ਇਸ ਸਫ਼ਰ ਦੇ ਵਿੱਚ ਜੋ ਕੁਝ ਇਹਨਾਂ ਦੀਆਂ ਅਚੀਵਮੈਂਟਸ, ਜੋ ਕੁਝ ਇਹਨਾਂ ਦੇ ਐਕਸਪੀਰੀਅੰਸਿਸ ਨੇ, ਉਹ ਅੱਜ ਸਾਡੇ ਨਾਲ ਸ਼ੇਅਰ ਕਰਨ ਲਈ ਆਏ ਹੋਏ ਨੇ। तो आप स्वागत करते हैं आज़ाद सिद्धू का, तो जानकारी लैने कि यह प्रोग्राम का जो आयोजन किया गया, जिसनों कि समर्पित किया गया गुरु नानक देव जी के 550वें जन्म पुरब नूं, अते इस दे विच खालसा एड ਲਈ भी इन्होंने माया इकट्ठर की। सो ये सारिया चीज़ों के की इन्हों के एक्सपीरियंसिस रहे, आओ तुहानूं आगाज़ कराने अज आज़ाद सिंह सिद्धू तो गलबात करके। जी हाँ जी, वेलकम टू द प्रोग्राम। सत श्री अकाल हरप्रीत सिंह जी और सारे दर्शकों को भी सत श्री अकाल। सब तो पहला तो जी मुबारकबाद, वंस इन अ लाइफ टाइम एक्सपीरियंस इफ आई मे से वो तुसी करके आए हो। सिख मोटरसाइकिल क्लब ने कदों सोचा कि असी इस वर्ल्ड टूर ते जाइए? सिख मोटरसाइकिल क्लब कोई हुण 1.5 दहाके तो उत्ते हो गया इनू कम्यूनिटी दे विच विचरदे ऑर्गेनाइजेशन जिहड़ी होंद च आई सीगी जी। शायद उस समय असीं कई वारी हुण भी गल्लां करदे हां, मैं थिंद भाजी नाल भी कदी आपां सोचिया सीगा कि इस लैवल तक अचीवमेंट होएगी जी। पर एक गल है कि ये मेरा मनना है पर्सनली और सच भी है कि जे तुहाडी इंटेंशन सही आ, नीयत साफ आ, तो लोग भी तुहाडी मदद करते हैं, कुदरत भी तुहाडे नाल चलदी है, तो सारे काम जिहड़े पॉजिटिव होंदे ने। तो सिख मोटरसाइकिल क्लब होंद च आउण दा कारण अपना आपां पहिलां भी एक वारी मेरा ख्याल गल कीती सी कि ਜਿਹੜਾ ਇੰਡੀਆ ਦੇ ਵਿੱਚ ਸਾਡੀ ਨੈਸੈਸਿਟੀ ਹੈ ਉਹਨੂੰ ਸ਼ੌਕ ਵਜੋਂ ਉਭਾਰਨ ਦਾ ਕੰਮ ਇੱਥੇ ਹੋਇਆ ਜਦੋਂ ਪੰਜਾਬੀਆਂ ਨੇ ਆ ਕੇ ਆਪਣਾ ਘਰ-ਬਾਰ ਸੈਟਲ ਕਰ ਲਿਆ। ਤੇ ਉਸ ਤੋਂ ਬਾਅਦ ਜਿਹੜਾ ਵਿਹਲਾ ਟਾਈਮ ਸੀ ਉਹਦੇ ਵਿੱਚ ਹੁਣ ਕਿਉਂਕਿ ਕੁਝ ਜਨਰੇਸ਼ਨਾਂ ਤਾਂ ਇੱਦਾਂ ਹੀ ਲੱਗ ਗਈਆਂ ਕਿ ਉਹਨਾਂ ਨੂੰ ਤੇ ਇਸ ਗੱਲ ਦਾ ਜਦੋਜਹਿਦ ਚ ਲੰਘ ਗਿਆ। ਸੋ ਹੁਣ ਇੱਕ ਟਾਈਮ ਆਇਆ ਸੀਗਾ ਜਿੱਥੇ ਅਸੀਂ ਸੈਟਲ ਹੋ ਕੇ ਤੇ ਦਿਖਾ ਸਕਦੇ ਕਿ ਸਾਡਾ ਹੋਰ ਵੀ ਹੁਨਰ ਹੈ, ਹਾਰਡ ਵਰਕਿੰਗ ਤੋਂ ਇਲਾਵਾ ਵੀ ਅਸੀਂ ਬਹੁਤ ਕੰਮ ਕਰਦੇ ਹਾਂ। ਸੋ ਇਹ ਇੱਕ ਉਹਦੇ 'ਚ ਉੱਭਰ ਕੇ ਆਇਆ। ਬਹੁਤ ਲੋਕਾਂ ਦੇ ਆਪੋ ਆਪਣੇ ਸ਼ੌਕ ਨੇ, ਤੇ ਸਾਡਾ ਸ਼ੌਕ ਜਿਹੜੇ ਮੋਟਰਸਾਈਕਲਿਸਟ ਸੀਗੇ ਉਹਨਾਂ ਨੇ ਮੋਟਰਸਾਈਕਲ ਤੇ ਫਿਰ ਉਦੋਂ ਪ੍ਰੋਬਲਮ ਇਹ ਵੀ ਸੀਗੀ ਕਿ ਨਵੇਂ ਮੁਲਕ ਦੇ ਵਿੱਚ ਮੋਟਰਸਾਈਕਲ ਚਲਾਉਣਾ ਔਰ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੀ ਜਿਹੜੀ ਆਗਿਆ ਸੀ ਉਹ ਮਿਲ ਚੁੱਕੀ ਸੀਗੀ, ਔਰ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਚੈਲੰਜ ਸੀਗਾ ਜਿਹਨੂੰ ਓਵਰਕਮ ਕੀਤਾ ਗਿਆ ਪੋਜ਼ਿਟਿਵਲੀ। ਕਿਤੇ ਵੀ ਸਾਨੂੰ ਅੱਜ ਵੀ ਕਈ ਵਾਰੀ ਪ੍ਰੋਬਲਮਸ ਆ ਜਾਂਦੀਆਂ ਨੇ, ਕਈ ਵਾਰੀ ਸਾਡੀ ਡਾਇਲੋਗ ਹੋ ਜਾਂਦਾ ਹੈ ਨੈਗੇਟਿਵਲੀ, ਲੋਕ ਕਹਿੰਦੇ ਨੇ ਕਿ ਤੁਸੀਂ ਕਿਉਂ ਕਰਦੇ ਹੋ, ਪਰ ਪੋਜ਼ਿਟਿਵਲੀ ਉਹਦਾ ਆਨਸਰ ਦੇ ਕੇ, ਤਰਕ ਦੇ ਨਾਲ ਆਨਸਰ ਦੇ ਕੇ ਤੇ ਉਸ ਨੂੰ ਫਿਰ ਜੱਫੀ ਪਾ ਕੇ ਉਸ ਜਿਹੜੀ ਕਨਵਰਸੇਸ਼ਨ 'ਚੋਂ ਨਿਕਲਿਆ ਜਾਂਦਾ। ਸੋ ਇਹ ਇੱਕ ਸੀਗਾ ਜਦੋਜਹਿਦ। ਸਿੱਖ ਮੋਟਰਸਾਈਕਲ ਕਲੱਬ ਨੇ ਪਹਿਲਾਂ ਵੀ ਕੁਝ ਪ੍ਰਾਪਤੀਆਂ ਨੇ, ਸਾਰੀ ਜਿਹੜੀ ਕਮਿਊਨਿਟੀ ਉਹਦੇ ਸਹਿਯੋਗ ਦੇ ਨਾਲ $1,15,000 ਦਾ ਚੈੱਕ ਜਿਹੜਾ ਕੈਨੇਡੀਅਨ ਕੈਂਸਰ ਸੁਸਾਇਟੀ ਨੂੰ ਅੱਜ ਤੋਂ 3 ਸਾਲ ਪਹਿਲਾਂ ਦਿੱਤਾ ਸੀਗਾ। ਰਾਈਡ ਕੀਤੀ ਸੀਗੀ ਵੈਨਕੂਵਰ ਤੋਂ ਓਨਟਾਰੀਓ, ਟੋਰਾਂਟੋ, ਤੇ 12,500 ਕਿਲੋਮੀਟਰ ਦਾ ਸਫ਼ਰ, ਲੋਕਾਂ ਦਾ ਸਹਿਯੋਗ, ਸਾਰੇ ਕੈਨੇਡੀਅਨਸ ਇਹਦੇ ਵਿੱਚ ਇਨਵੋਲਵ ਸੀਗੇ। ਇਟ ਡਜ਼ਨਟ ਮੈਟਰ ਕਿ ਸਾਡੇ ਰੰਗ ਨਸਲ ਭੇਦ ਤੋਂ ਉੱਤੇ ਉੱਠ ਕੇ ਉਹ ਜਿਹੜੀ ਚੀਜ਼ ਸੀਗੀ ਉਸਨੇ ਸਾਨੂੰ ਇੱਕ ਬੂਸਟ ਦਿੱਤਾ। ਔਰ ਇਹ ਜਿਹੜੀ ਰਾਈਡ ਸੀਗੀ, ਜਿਵੇਂ ਤੁਸੀਂ ਪੁੱਛਿਆ ਕਿ ਕਿੱਥੋਂ, ਕਿਉਂਕਿ ਰਾਈਡਰ ਦਾ ਕੰਮ ਹੈ ਰਾਈਡ ਕਰਨਾ, ਬਿਲਕੁਲ ਡਾਇਰੈਕਸ਼ਨ ਕਈ ਵਾਰੀ ਹੁੰਦੀ ਹੈ, ਕਈ ਵਾਰੀ ਨਹੀਂ ਹੁੰਦੀ, ਬਸ ਤੁਸੀਂ ਮੋਟਰਸਾਈਕਲ ਨੂੰ ਸੈਲਫ ਮਾਰਿਆ ਤੇ ਨਿਕਲ ਲਓ। ਹੁਣ ਵੀ ਇਸ ਵੇਲੇ ਆਪਾਂ ਗੱਲਬਾਤ ਕਰ ਰਹੇ ਹਾਂ, ਕੁਝ 8, 9, 10 ਮੋਟਰਸਾਈਕਲਿਸਟ ਜਿਹੜੇ ਨੇ ਉਹ ਵਿਨੀਪੈਗ 'ਚ ਨੇ ਇਸ ਵੇਲੇ। ਉਹ ਸਾਰੇ ਹੀ ਅਮਰੀਕਾ ਦੇ ਵਿੱਚੋਂ ਦੀ ਹੁੰਦੇ ਹੋਏ ਵਿਨੀਪੈਗ ਪਹੁੰਚੇ ਨੇ, ਔਰ ਸਾਰੇ ਜਿਹੜੇ ਮੋਟਰਸਾਈਕਲ ਕਲੱਬ ਦੇ ਨਾਲ ਰਿਲੇਟਡ ਕਲੱਬਸ ਨੇ, ਓਨਟਾਰੀਓ ਦਾ ਕਲੱਬ, ਅਲਬਰਟਾ ਦਾ ਕਲੱਬ ਔਰ ਮੈਨੀਟੋਬਾ ਦੇ ਵਿੱਚ ਉਹ ਵਿਨੀਪੈਗ, ਉਹ ਸਾਰੇ ਉੱਥੇ ਇੱਕ ਮੀਟਿੰਗ ਦੀ ਤਰ੍ਹਾਂ ਕਿ ਅੱਗੇ ਕੀ ਕਰਨਾ ਹੈ, ਪੋਜ਼ਿਟਿਵ ਅਸੀਂ ਇਸ ਚੀਜ਼ ਨੂੰ ਕਿਵੇਂ ਲੈ ਕੇ ਜਾਣਾ। ਸੋ ਇਸ ਚੀਜ਼ ਦਾ ਆਈਡੀਆ ਗੁਰੂ ਨਾਨਕ ਸਾਹਿਬ ਦਾ ਜਿਹੜਾ 550ਵਾਂ ਜਨਮ ਗੁਰਪੁਰਬ ਜਿਹੜਾ ਆ ਰਿਹਾ ਜੀ, ਜਨਮ ਸ਼ਤਾਬਦੀ, ਇਸ ਨੂੰ ਸਮਰਪਿਤ ਰਾਈਡ ਸੀਗੀ। ਪਹਿਲਾਂ ਤਾਂ ਇਹ ਰਾਈਡ ਹੀ ਸੀਗੀ, ਅਸੀਂ ਜਾਣਾ ਚਾਹੁੰਦੇ ਸੀਗੇ ਕਿਤੇ, ਇਹਨੇ ਇਟ ਵਾਜ਼ ਇਨ ਦ ਪਾਈਪਲਾਈਨ ਫॉर ਲੌਂਗ ਟਾਈਮ। 1.5 ਤੋਂ 2 ਸਾਲ ਦਾ ਸਮਾਂ ਲੱਗਿਆ ਇਹਨੂੰ ਲਿਖਣ ਦੇ ਲਈ। ਔਰ ਸਾਡੇ ਜਿਹੜੇ ਕਲੱਬ ਦੇ ਮੈਂਬਰ ਨੇ, ਹੁਣ ਕਹਿਣ ਨੂੰ ਜਿਹੜਾ ਆਈਡੀਆ ਪਣਪਦਾ ਵਾ ਉਹ ਆਈਡੀਆ ਹੀ ਹੁੰਦਾ ਵਾ, ਪਰ ਉਹਨੂੰ ਫਿਰ ਜਦੋਂ ਕੈਨਵਸ 'ਤੇ ਉਤਾਰਨਾ ਫਿਰ ਥੋੜ੍ਹਾ ਜਿਹਾ ਸੀਰੀਅਸ। ਬਹੁਤ ਸਾਰੇ ਲੋਕ ਸੀ ਜਿਹੜਾ ਜਾਣਾ ਚਾਹੁੰਦੇ ਸੀਗੇ, ਪਰ ਕਈਆਂ ਵਜ੍ਹਾ ਕਰਕੇ ਨਹੀਂ ਜਾ ਸਕੇ, ਔਰ ਅੱਜ ਕਈਆਂ ਦੇ ਮਨ ਦੇ ਵਿੱਚ ਇਹ ਵੀ ਹੈਗਾ ਕਿ ਅਸੀਂ ਚਲੇ ਜਾਂਦੇ ਤਾਂ ਚੰਗਾ ਸੀਗਾ। ਇਹ ਰਾਈਡ ਇੱਕ ਹਿਸਟੋਰਿਕ ਰਾਈਡ ਹੋ ਨਿਬੜੀ।
ਇਹਦੇ ਵਿੱਚ 6 ਜਣੇ ਅਸੀਂ ਗਏ। ਮੇਰੇ ਤੋਂ ਇਲਾਵਾ ਜਤਿੰਦਰ ਸਿੰਘ ਚੌਹਾਨ, ਪ੍ਰਭਜੀਤ ਸਿੰਘ ਤੱਖਰ, ਮਨਦੀਪ ਸਿੰਘ ਢਾਲੀਵਾਲ, ਜਸਮੀਤਪਾਲ ਸਿੰਘ ਤੇ ਸੁਖਬੀਰ ਸਿੰਘ। ਓਕੇ, ਅਸੀਂ ਇਹ 6 ਜਣਿਆਂ ਨੇ, ਫਿਰ ਅਸੀਂ ਐਂਡ ਦੇ ਉੱਤੇ 6 ਜਣੇ ਅਸੀਂ ਰਹਿ ਗਏ ਔਰ ਅਸੀਂ ਇਸ ਚੀਜ਼ ਨੂੰ ਪਲੈਨਿੰਗ ਕਰਕੇ ਫੰਡਿੰਗ ਕਿੱਦਾਂ ਕਰਨੀ ਆ, ਆਪਣੀ ਜੇਬ ਦੇ ਵਿੱਚੋਂ ਇਹ ਪੈਸੇ ਲੱਗੇ। ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ, ਖਾਲਸਾ ਕੋਈ ਸਪਾਂਸਰਸ਼ਿਪ ਨਹੀਂ ਸੀ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ। ਅਸੀਂ ਟਰਾਈ ਜ਼ਰੂਰ ਕੀਤੀ ਕਿ ਸਾਨੂੰ ਸ਼ਾਇਦ ਮੋਟਰਸਾਈਕਲ ਜਾਂ ਕੋਈ ਹੋਰ ਤਰੀਕੇ ਦੀ ਸਪਾਂਸਰਸ਼ਿਪ ਮਿਲ ਜੇ, ਰਾਈਟ, ਪਰ ਸਮ ਹਾਊ ਇਟ ਡਿਡਨਟ ਵਰਕ ਆਊਟ। ਪਰ ਦ੍ਰਿੜ ਸੀਗੇ ਅਸੀਂ ਕਿ ਜਾਣਾ, ਔਰ ਯਕੀਨ ਕਰਨਾ ਗੂਗਲ ਦੇ ਉੱਤੇ ਵੇਖ ਕੇ ਕਿ ਇੱਥੋਂ ਇੱਥੇ ਚਲੇ ਜਾਣਾ, ਉੱਥੇ ਰਹਿ ਲਾਂਗੇ, ਉੱਥੋਂ ਅੱਗੇ ਚਲੇ ਜਾਣਾ, ਇਟ ਵਾਸ ਵੈਰੀ ਈਜ਼ੀ, ਰਾਈਟ। ਔਰ ਵੈਨ ਯੂ ਗੈਟ ਟੂ ਦ ਪੁਆਇੰਟ, ਜਦੋਂ ਅਸੀਂ ਇੰਗਲੈਂਡ ਉਤਰੇ ਹਾਂ, ਆਪਾਂ ਅੱਗੇ ਗੱਲ ਕਨਵਰਸੇਸ਼ਨ ਮੈਂ ਤੁਹਾਨੂੰ ਓਵਰਆਲ ਵਿਊ ਦੇ ਰਿਹਾ, ਜਦੋਂ ਅਸੀਂ ਇੰਗਲੈਂਡ ਉਤਰੇ ਹਾਂ ਮੇਰੇ ਮਨ ਦੇ ਵਿੱਚ ਕੁਝ ਕੇਸ ਤਾਂ ਆਇਆ ਸੀਗਾ ਵੀ ਡਰ ਨਹੀਂ, ਪਰ ਇੱਕ ਛੋਟੀ ਜਿਹੀ ਵਰੀ ਸੀਗੀ ਕਿ ਕਿਵੇਂ, ਪਰ ਫਿਰ ਉਸੇ ਵੇਲੇ ਉਹ ਦਿਮਾਗ ਜਿਹੜਾ ਵਿਚਾਰ ਸੀਗਾ ਉਹਨੂੰ ਓਵਰਕਮ ਕੀਤਾ ਵੀ ਗੁਰੂ ਨਾਨਕ ਪਾਤਸ਼ਾਹ ਨਾਲ ਹੈ, ਕੋਈ ਪ੍ਰੋਬਲਮ ਨਹੀਂ, ਵੰਡਰਫੁਲ, ਜਿਹੜੇ ਕੰਮ ਨੂੰ ਚੱਲੇ ਆ ਉਹਨੂੰ ਪ੍ਰਾਪਤੀ, ਉਹਦੀ ਕਾਮਯਾਬੀ ਹੋਏਗੀ ਜੀ। ਸੋ ਇੱਥੋਂ ਤੁਸੀਂ ਫਲਾਈ ਕਰਕੇ ਪਹੁੰਚ ਗਏ ਲੰਡਨ। 6 ਤੁਸੀਂ ਮੋਟਰਸਾਈਕਲਿਸਟ ਹੈਗੇ ਸੀ ਜੀ। ਅਸੀਂ ਇੱਥੋਂ ਕੈਨੇਡਾ ਦੇ ਵਿੱਚੋਂ ਇਹ ਟੂਰ ਸ਼ੁਰੂ ਕੀਤਾ। ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਅਸੀਂ ਸਿੱਖ ਮੋਟਰਸਾਈਕਲ ਕਲੱਬ ਦਾ ਸਾਲਾਨਾ ਜਿਹੜਾ ਅਖੰਡ ਪਾਠ ਸਾਹਿਬ ਉਹ ਕੀਤਾ ਸੀਗਾ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਰਾਈਡ ਸੀਗੀ, ਅਸੀਂ ਇੱਥੋਂ ਜਾਣਾ ਸੀਗਾ ਤੇ ਗੁਰੂ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ, ਇਹ ਸਾਡਾ ਟੀਚਾ ਸੀਗਾ ਵੀ ਇਹਨਾਂ ਮੁਲਕਾਂ 'ਚੋਂ ਜਾਣਾ। ਖਾਲਸਾ ਏਡ ਦੇ ਨਾਲ ਅਸੀਂ ਕਿਉਂਕਿ ਇਸ ਨੂੰ ਕਾਜ਼ ਜੋੜਿਆ, ਪਹਿਲਾਂ ਵੀ ਇਸ ਤਰ੍ਹਾਂ ਸੀਗਾ ਕਿ ਰਾਈਡ ਜਾਣੀ ਸੀ ਟੋਰਾਂਟੋ, ਕਾਜ਼ ਜੋੜਿਆ ਔਰ ਇੱਕ ਉਹਦਾ ਬਹੁਤ ਪੋਜ਼ਿਟਿਵ ਆਊਟਕਮ ਨਿਕਲਿਆ। ਸਾਡਾ ਜਿਹੜਾ ਬ੍ਰਿਜ ਸੀਗਾ, ਸਾਡਾ ਗੈਪ ਸੀਗਾ ਦੂਸਰੀ ਕਮਿਊਨਿਟੀਜ਼ ਦੇ ਨਾਲ, ਲੋਕਾਂ ਦੇ ਨਾਲ, ਉਹ ਘਟਿਆ। ਬਿਲਕੁਲ। ਸੋ ਬੇਸਿਕਲੀ ਤੁਹਾਡੀ ਫਾਊਂਡੇਸ਼ਨ ਬਣ ਚੁੱਕੀ ਹੈਗੀ ਸੀ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਹਿਸਟਰੀ ਤੁਹਾਡੇ ਕਲੱਬ ਦੀ ਹੈਗੀ, ਉਹਦੇ ਕਾਰਨ ਤੁਹਾਡੇ ਵਿਚਾਰ ਜਿਹੜੇ ਸਾਰਿਆਂ ਦੇ ਜਿਹੜੇ ਹੈਗੇ ਸੀ ਉਹ ਰਲਦੇ ਸੀ, ਐਂਡ ਯੂ ਵਾਂਟਡ ਟੂ ਅਚੀਵ ਸਮਥਿੰਗ ਬਿਗਰ, ਐਂਡ ਸਪੈਸ਼ਲੀ ਜਦੋਂ ਇੱਕ ਮੌਕਾ ਮਿਲਿਆ 550ਵਾਂ ਸਾਲ ਗੁਰੂ ਨਾਨਕ ਦੇਵ ਜੀ ਦਾ ਇਹ ਜਨਮ ਪੁਰਬ ਦਾ ਮਨਾਉਣ ਦਾ, ਤਾਂ ਤੁਸੀਂ ਕਿਹਾ ਕਿ ਵਾਈ ਨਾਟ ਕਿ ਇਸ ਨੂੰ ਸਮਰਪਿਤ ਕਰੀਏ, ਤੇ ਨਾਲ ਹੀ ਖਾਲਸਾ ਏਡ ਨੂੰ ਤੁਸੀਂ ਚੁਣਿਆ ਐਜ਼ ਅ ਕਾਜ਼ ਕਿ ਜਿਹਨੂੰ ਅਸੀਂ ਜਿਹੜੀ ਵੀ ਅਸੀਂ ਮਾਇਆ ਇਕੱਤਰ ਕਰਨੇ ਉਹ ਦੇ ਦਾਂਗੇ। ਲੈਣ ਇੱਕ ਛੋਟੀ ਜਿਹੀ ਬ੍ਰੇਕ ਜੀ, ਵਾਪਸ ਆ ਕੇ ਇੱਥੋਂ ਹੀ ਅੱਗੇ ਕੰਟੀਨਿਊ ਕਰਦੇ ਹਾਂ ਕਿ ਇੱਕਦਮ ਪਲਾਨ ਕਰਨਾ ਇਸ ਵੱਖਰੀ ਗੱਲ, ਲੇਕਿਨ ਅਗੇਨ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਦੋਂ ਇਨ ਪ੍ਰੈਕਟਿਸ ਵੈਨ ਇਟ ਕਮਸ ਟੂ on your own eyes you are seeing everything and everything starts following up, ਕਿਹੋ ਜਿਹੇ ਤੁਹਾਡੇ ਐਕਸਪੀਰੀਐਂਸਿਸ ਸੀ, ਕਿਹੜਾ ਤੁਸੀਂ ਰਸਤਾ ਚੁਣਿਆ, ਇਹ ਸਾਰੀਆਂ ਗੱਲਾਂ ਬਾਤਾਂ ਆਪਣੇ ਦਰਸ਼ਕਾਂ ਨੂੰ ਦੱਸਣਾ ਇਸ ਬ੍ਰੇਕ ਤੋਂ ਬਾਅਦ। ਕ੍ਰਿਮੀਨਲ ਲਾਅ ਵਿੱਚ ਅਸੌਲਟ ਤੇ ਘਰੇਲੂ ਹਿੰਸਾ ਚਾਰजेस ਬਾਰੇ ਸਹੀ ਸਲਾਹ ਲੈਣੀ ਹੈ ਤਾਂ ਯਾਦ ਰੱਖੋ ਹੈਮਿਲਟਨ ਲਾਅ ਗਰੁੱਪ। ਕੈਲੀ ਹੈਮਿਲਟਨ ਕੋਲ 20 ਤੋਂ ਵੱਧ ਸਾਲ ਦਾ ਤਜਰਬਾ ਹੈ। ਇਹ ਤੁਹਾਡੇ ਕੇਸ ਦੀ ਸਹੀ ਪੈਰਵਾਈ ਕਰਨਗੇ। ਘਰ ਖਰੀਦਣ ਤੇ ਵੇਚਣ ਦੀ ਵੀ ਇਹ ਕਨਵਿੰਸਿੰਗ ਕਰਦੇ ਹਨ ਤੇ ਨੋਟਰੀ ਜਿਹੇ ਚਾਰजेस ਲੈਂਦੇ ਹਨ। ਕੈਵਨ ਕੈਂਬਲ ਇਸ ਦੇ ਮਾਹਰ ਹਨ। ਰੀਅਲ ਸਟੇਟ ਅਤੇ ਡੋਮੈਸਟਿਕ ਵਾਇਲੈਂਸ ਕੇਸਾਂ ਬਾਰੇ ਮੈਨੂੰ ਕੰਟੈਕਟ ਕਰੋ। ਹੋਰ ਜਾਣਕਾਰੀ ਲਈ ਕਾਲ ਕਰੋ 604 229 2077। ਕਿਹਾ ਜਾਂਦਾ ਹੈ ਵੇਅਰ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ, ਅਤੇ ਇਹੀ ਗੱਲ ਅਸੀਂ ਸਮਝਦੇ ਹਾਂ ਜਿਹੜੇ ਕਿ ਸਿੱਖ ਮੋਟਰਸਾਈਕਲ ਕਲੱਬ ਨੇ ਜਿਸ ਨੂੰ ਫੋਲੋ ਕੀਤਾ, ਕਿ ਇਹਨਾਂ ਦੇ ਮਨ 'ਚ ਇੱਕ ਮਿਸ਼ਨ ਸੀ ਜਿਸ ਨੂੰ ਇਹਨਾਂ ਨੇ ਅਕੰਪਲਿਸ਼ ਕਰਨਾ ਸੀ, ਤੇ ਹੌਲੀ ਹੌਲੀ ਆਪਣੇ ਆਪ ਹੀ ਰਸਤਾ ਜਿਹੜਾ ਸਾਫ਼ ਹੁੰਦਾ ਗਿਆ। ਲੰਡਨ ਇਹ ਪਹੁੰਚੇ, ਜਿੱਥੇ ਜਾ ਕੇ ਇਹਨਾਂ ਨੂੰ ਰਵੀ ਸਿੰਘ ਜਿਹੜੇ ਕਿ ਖਾਲਸਾ ਏਡ ਦੇ ਇਹ ਬਾਣੀ ਨੇ, ਉਹਨਾਂ ਨਾਲ ਇਹਨਾਂ ਦੀ ਮੁਲਾਕਾਤ ਹੋਈ। ਉਸ ਤੋਂ ਅੱਗੇ ਕੀ ਹੁੰਦਾ ਹੈ, ਕਿਸ ਤਰ੍ਹਾਂ ਇਹ ਸਫ਼ਰ ਚੱਲਦਾ ਹੈ, ਕਿਸ ਤਰ੍ਹਾਂ ਇਹ ਪਲਾਨ ਇੱਥੋਂ ਜੋ ਕਰਕੇ ਗਏ ਸਨ, ਕੀ ਚੈਲੰਜਸ ਆਉਂਦੇ ਨੇ, ਕਿਸ ਤਰੀਕੇ ਨਾਲ ਇਹਨਾਂ ਨੂੰ ਓਵਰਕਮ ਕਰਦੇ ਨੇ, ਤੇ ਖਾਸ ਤੌਰ ਦੇ ਉੱਤੇ ਇਹਨਾਂ ਦਾ ਮਨੋਬਲ ਜਿਹੜਾ ਹੈਗਾ ਉਹ ਕੀ ਇਹਨਾਂ ਦੇ ਵਾਸਤੇ ਰੋਲ ਪਲੇ ਕਰਦਾ ਹੈ। ਆਓ ਇਹਨਾਂ ਸਾਰੇ ਇਸ਼ੂਜ਼ ਉੱਤੇ ਹੋਰ ਜਾਣਕਾਰੀ ਲੈਂਦੇ ਜੀ। ਆਜ਼ਾਦ ਜੀ, ਸੋ ਲੰਡਨ ਤੁਸੀਂ ਪਹੁੰਚ ਗਏ। ਬਿਲਕੁਲ ਜੀ, ਏਅਰ ਕੈਨੇਡਾ ਦੀ ਫਲਾਈਟ ਸਾਨੂੰ ਲੰਡਨ ਲੈ ਕੇ ਗਈ ਔਰ ਪੋਜ਼ਿਟਿਵਿਟੀ ਉੱਥੋਂ ਹੀ ਸ਼ੁਰੂ ਹੋ ਗਈ ਸੀ। ਲੰਡਨ ਦੀ ਜਿਹੜੀ ਫਲਾਈਟ ਸੀ ਉਹਦੇ ਵਿੱਚ ਜਾਂਦਿਆਂ ਪਹਿਲਾਂ ਤਾਂ ਅਸੀਂ ਡਰੈਸਡ ਅਪ ਸੀਗੇ, ਜਿਸ ਤਰੀਕੇ ਨਾਲ ਅਸੀਂ ਦਸਤਾਰਾਂ ਸਜਾਈਆਂ ਸੀਗੀਆਂ, ਇਹੀ ਟੀ-ਸ਼ਰਟ ਜਿਹੜੀ ਮੇਰੇ ਅੱਜ ਪਾਈ ਹੈ ਇਹੀ ਸਾਰਿਆਂ ਨੇ ਪਾਈ ਸੀ। ਸੋ ਇਹ ਇੱਕ ਡਾਇਲਾਗ ਇੰਗੇਜ ਕਰਨ ਦਾ ਤਰੀਕਾ ਸੀਗਾ, ਅਸੀਂ ਬੜੇ ਐਕਸਾਈਟਿਡ ਸੀਗੇ। ਔਰ ਉਸ ਫਲਾਈਟ ਦੇ ਵਿੱਚ ਹੀ ਪਹਿਲਾਂ ਤਾਂ ਲੋਕਾਂ ਨੂੰ ਥੋੜ੍ਹਾ ਜਿਹਾ ਹੁੰਦਾ ਕਿ ਇਹ ਇੱਕ ਹੋਰ ਧਰਮ ਦੇ, ਇੱਕ ਹੋਰ ਤਰੀਕੇ ਦੇ ਦਿੱਖ ਵਾਲੇ ਲੋਕ ਚੜ੍ਹੇ ਨੇ, ਕਈਆਂ ਦੇ ਮਨ 'ਚ ਵਰੀ ਵੀ ਹੋਵੇਗੀ। ਪਰ ਉੱਥੇ ਜਦੋਂ ਫਲਾਈਟ 'ਚ ਗਏ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਬੜਾ ਪੋਜ਼ਿਟਿਵ ਰਿਸਪੌਂਸ ਮਿਲਿਆ। ਮੈਰੀ ਸੈਲਸ ਨਾਂ ਦੀ ਇੱਕ ਗੋਰੀ ਔਰਤ 80-85 ਸਾਲ ਦੀ ਸੀਗੀ, ਉਹਦੇ ਨਾਲ ਮੈਂ ਗੱਲਬਾਤ ਕੀਤੀ ਔਰ 5-7 ਮਿੰਟ ਬਾਅਦ $100 ਦਾ ਨੋਟ US ਦਾ ਫੜਾ ਕੇ ਕਹਿੰਦੇ ਵੀ ਯੂ ਆਰ ਗੋਇੰਗ ਡੂਇੰਗ ਅ ਗੁੱਡ ਕਾਜ਼। ਸੋ ਉਹ ਇੱਕ ਬੂਸਟ ਸੀਗਾ। ਉਸ ਤੋਂ ਬਾਅਦ ਅਸੀਂ ਏਅਰ ਕੈਨੇਡਾ ਦੀ ਫਲਾਈਟ ਦੇ ਉੱਤਰੇ, ਅਸੀਂ ਲੰਡਨ ਹੀਥਰੋ, ਉੱਥੇ ਰਵੀ ਸਿੰਘ ਸਾਡੇ ਨਾਲ ਸੀਗੇ, ਉਹਨਾਂ ਦੀ ਟੀਮ ਜੀ, ਉਹਨਾਂ ਨੇ ਸਾਡੀ ਉੱਥੇ ਆਓ ਭਗਤ ਵੀ ਕੀਤੀ, ਸਾਨੂੰ ਜਿਹੜੀ ਡਾਇਰੈਕਸ਼ਨ 'ਚ ਅਸੀਂ ਜਾਣਾ ਸੀ ਸਾਡੀ ਹੈਲਪ ਕੀਤੀ। 3 ਦਿਨ ਇੰਗਲੈਂਡ ਰਹਿਣ ਤੋਂ ਬਾਅਦ ਯੂਰੋ ਟਨਲ ਲੈ ਕੇ ਅਸੀਂ ਫੋਕਸਟੋਨ ਤੋਂ ਖਲਾਏ ਫਰਾਂਸ ਦੇ ਵਿੱਚ ਨਿਕਲੇ। ਉੱਥੋਂ ਫਿਰ ਰਸਤਾ ਜਿਹੜਾ ਸੀਗਾ ਸਾਰਾ ਖੁਸ਼ਕ ਸੀਗਾ। ਸੋ ਫਰਾਂਸ, ਬੈਲਜੀਅਮ, ਇਸ ਤੋਂ ਅੱਗੇ ਸਵਿਟਜ਼ਰਲੈਂਡ, ਜਰਮਨੀ, ਸਵਿਟਜ਼ਰਲੈਂਡ, ਇਹ ਸਾਰਾ ਯੂਰਪ ਘੁੰਮ ਕੇ ਰੋਮਾਨੀਆ,
ਹੰਗਰੀ, ਇੱਧਰ ਦੀ ਇਹ ਰਸਤਾ ਅਸੀਂ ਚੁਣਿਆ ਸੀਗਾ। Okay. ਸੋ ਕੋਈ 9700 ਕਿਲੋਮੀਟਰ ਦੇ ਕਰੀਬ ਜਿਹੜਾ ਸਾਰਾ ਟੋਟਲ ਸਫ਼ਰ ਸਾਡਾ ਹੋਇਆ ਯੂਰਪ ਦਾ। ਹਾਂਜੀ, ਔਰ ਜਿਹੜਾ ਇਹ ਰਸਤਾ ਚੁਣਿਆ ਸੀਗਾ। ਪਰ ਇਹ ਸਾਰੀ ਚੀਜ਼ ਤੋਂ ਸਮੁੱਚੀ ਤੌਰ ਤੇ ਦੇਸ਼ਾਂ ਦੇ ਵਿੱਚ ਸਾਰੇ ਤੁਸੀਂ ਵੀ ਗਏ ਹੋ, ਬਹੁਤ ਲੋਕ ਜਾਂਦੇ ਨੇ, ਬਹੁਤ ਰਾਈਡਰਸ ਵੀ ਐਸੇ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਕਿਲੋਮੀਟਰ ਪਾਏ ਨੇ ਆਪਣੇ ਮੋਟਰਸਾਈਕਲ ਤੇ। ਸੋ ਇਹ ਕੋਈ ਰਾਈਡ ਕੋਈ ਲੰਬੀ ਨਹੀਂ ਸੀ, ਕੋਈ ਇਹੋ ਜਿਹਾ ਕੋਈ ਇਹਦੇ ਵਿੱਚ ਕੋਈ ਖਾਸ ਅਚੀਵਮੈਂਟ ਨਹੀਂ ਸੀ। ਪਰ ਇਹਦੇ ਵਿੱਚ ਜਿਹੜੀ ਵੱਡੀ ਅਚੀਵਮੈਂਟ ਸੀ ਉਹ ਸੀਗਾ ਕਾਜ਼। ਗੁਰੂ ਨਾਨਕ ਸਾਹਿਬ ਦਾ ਜਿਹੜਾ 550ਵਾਂ ਗੁਰਪੁਰਬ ਆ, ਉਹਨੂੰ ਸਮਰਪਿਤ ਅਸੀਂ ਜਿਹੜਾ ਪੀਸ ਦਾ ਮੈਸੇਜ, ਵੰਡ ਛਕੋ, ਨਾਮ ਜਪੋ, ਕਿਰਤ ਕਰੋ, ਇਹ ਗੱਲ ਜਦੋਂ ਅਸੀਂ ਦੱਸਦੇ ਸੀ। ਔਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਸਿੱਖ ਦੀ ਹੋਂਦ ਦਾ ਹੀ ਨਹੀਂ ਪਤਾ, ਟਰਕੀ ਦੇ ਕੁਝ ਇੱਕ ਐਸੇ ਇਲਾਕੇ ਸੀਗੇ ਜੀ, ਔਰ ਉਹਦੇ ਵਿੱਚ ਪਤਾ ਹੀ ਨਹੀਂ ਸੀ ਉਹਨਾਂ ਨੂੰ ਵੀ ਇਹ ਵੀ ਇਹੋ ਜਿਹੇ ਲੋਕ ਵੀ ਦੁਨੀਆ ਦੇ ਨੇ। ਰਾਈਟ। ਸੋ ਉਹ ਜਿਹੜੇ ਏਰੀਆਜ਼ ਦੇ ਵਿੱਚ ਅਸੀਂ ਜਾ ਕੇ ਆਏ ਹਾਂ, ਉੱਥੇ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਸਾਡੇ ਤੇ ਓਟ ਆਸਰਾ ਹਮੇਸ਼ਾ ਸੀਗਾ। ਕੋਈ ਐਸੀ ਗਲਿਚ ਨਹੀਂ ਆਈ, ਕੋਈ ਐਸੀ ਕਿਤੇ ਇਵਨ ਵੀ ਮੋਟਰਸਾਈਕਲ ਪੰਕਚਰ ਵੀ ਹੋਇਆ ਹੋਵੇ। ਓਕੇ। ਸੋ ਐਵਰੀਥਿੰਗ ਵੈਂਟ ਸੋ ਸਮੂਥ। ਜਿਸ ਦਿਨ ਅਸੀਂ ਸਫ਼ਰ ਕਰਦੇ ਸੀ 300 ਤੋਂ 350 ਕਿਲੋਮੀਟਰ ਦਾ ਸਾਡਾ ਸਫ਼ਰ ਰਹਿੰਦਾ ਸੀਗਾ ਦਿਨ ਦਾ ਐਵਰੇਜ, ਔਰ ਸ਼ਾਮ ਨੂੰ ਕਨਕਲੂਡ ਕਰੀਦਾ ਸੀ, ਸਵੇਰ ਦੀ ਪਲੈਨਿੰਗ ਹੁੰਦੀ ਸੀ। ਓਕੇ। ਉਸ ਵੇਲੇ ਇੰਜ ਲੱਗਦਾ ਸੀ ਕਿ ਅੱਜ ਯਾਰ ਜੋ ਹੋਇਆ ਇਸ ਤੋਂ ਵਧੀਆ ਨਹੀਂ ਹੋ ਸਕਦਾ, ਦਿਸ ਇਜ਼ ਬੈਸਟ। ਰਾਈਟ। ਪਰ ਅਗਲੇ ਸ਼ਾਮ ਨੂੰ ਇਹ ਰਿਪੀਟ ਹੁੰਦਾ ਸੀਗਾ। ਰਾਈਟ। ਕਿ ਨਹੀਂ ਯਾਰ ਕੱਲ੍ਹ ਵਾਲਾ ਨਹੀਂ, ਅੱਜ ਜਿਹੜਾ ਵਾ ਇਹ। ਸੋ ਇਹ ਦੇਖਿਓ ਕਿ ਯੂਰਪ ਦੇ ਵਿੱਚ ਫੈਸਿਲਿਟੀ ਸੀਗੀ, ਲੋਕ ਅਣਜਾਣ ਸੀਗੇ ਸਾਡੇ ਤੋਂ, ਪਰ ਫਿਰ ਵੀ ਉਹ ਸਾਡੇ ਨਾਲ ਇੰਗੇਜ ਰਹੇ। ਕਿਸੇ ਨੇ ਸਾਨੂੰ ਨੈਗੇਟਿਵ ਵਾਈਬ ਨਹੀਂ ਦਿੱਤੀ, ਨਾ ਸਾਨੂੰ ਮਿਲੀ। ਕਿਉਂਕਿ ਜਿਹੜਾ ਤੁਸੀਂ ਡੈਸਟੀਨੇਸ਼ਨ ਤੈਅ ਕਰਦੇ ਸੀ, ਜਿਸ ਤਰ੍ਹਾਂ ਕਿ 300 ਕਿਲੋਮੀਟਰ ਦਾ ਫੋਰ ਐਗਜ਼ਾਮਪਲ ਤੁਸੀਂ ਸੈੱਟ ਕੀਤਾ ਫਰਮ A to B ਪਲੇਸ ਪਹੁੰਚਣਾ ਹੈ ਜੀ। ਸੋ ਸਾਰੇ ਸਫ਼ਰ ਦੇ ਦੌਰਾਨ ਕੀ ਹੋ ਤੁਸੀਂ ਕੰਪਲਿਸ਼ ਕਰਦੇ ਰਹੇ, ਕਿਤੇ ਕੋਈ ਚੈਲੰਜਸ ਵੀ ਆਏ ਕਿ ਨਹੀਂ ਤੁਸੀਂ ਪਹੁੰਚ ਸਕੇ ਉੱਥੇ? ਅਸੀਂ ਐਕਚੁਅਲੀ ਐਕਸੀਡ ਕੀਤੀਆਂ ਆਪਣੀਆਂ ਐਕਸਪੈਕਟੇਸ਼ਨਸ ਕਈਆਂ ਥਾਵਾਂ ਤੇ। ਉਹ ਜਿਹੜਾ ਚੈਲੰਜ ਆਇਆ ਸਾਨੂੰ ਟਰਕੀ 'ਚ ਆਇਆ ਸੀਗਾ। ਟਰਕੀ ਦੇ ਵਿੱਚ ਸਾਡੇ ਕੋਲ ਦੋ ਰਸਤੇ ਸੀਗੇ। ਇੱਕ ਅਸੀਂ ਅੰਕਾਰਾ ਸ਼ਿਵਸ ਜਿਹੜਾ ਮਿਡਲ ਆਫ ਟਰਕੀ, ਉਹ ਰਸਤਾ ਲੈਣ ਦੀ ਚੁਣਿਆ ਸੀਗਾ ਜਿਹੜਾ ਓਰੀਜਨਲੀ। ਜਦੋਂ ਅਸੀਂ ਇਸਤਾਨਬੁਲ ਤੋਂ ਤੁਰੇ ਤੇ ਸਾਨੂੰ ਲੱਗਿਆ ਕਿ ਕਿਉਂਕਿ ਪਿੱਛੋਂ ਯੂਰੋਪੀਅਨ ਇਹ ਦੱਸ ਰਹੇ ਸੀ ਵੀ ਅੱਗੇ ਇਸ ਮੁਲਕ 'ਚੋਂ ਬਚਿਓ, ਉੱਥੇ ਆ ਹੋਣਾ। ਰੋਮਾਨੀਆ, ਸਲੋਵਾਕੀਆ, ਸਰਬੀਆ, ਇਹ ਜਿਹੜੇ ਮੁਲਕ ਸੀਗੇ ਇਹਨਾਂ ਦੇ ਵਿੱਚੋਂ ਕਹਿੰਦੇ ਸੀ ਕਿ ਚੋਰੀ ਹੋ ਸਕਦੀ ਹੈ, ਇੰਜ ਹੋ ਸਕਦਾ। ਪਰ ਸਾਨੂੰ ਕੋਈ ਪ੍ਰੋਬਲਮ ਆਈ ਨਹੀਂ ਔਰ ਲੋਕਾਂ ਨੇ ਬੜਾ ਵਧੀਆ ਰਿਸਪੌਂਸ ਦਿੱਤਾ। ਬੋਲੀ ਯੈਸ, ਭਾਸ਼ਾ ਦਾ ਗੈਪ ਸੀਗਾ, ਲੈਂਗੁਏਜ ਬੈਰੀਅਰ ਸੀਗਾ, ਪਰ ਉਹ ਗੂਗਲ ਦੀ ਟਰਾਂਸਲੇਸ਼ਨ ਦੇ ਨਾਲ ਔਰ ਪੋਜ਼ਿਟਿਵ ਵਾਈਬਸ ਜਿਹੜੀਆਂ ਸੀਗੀਆਂ ਉਹ ਦੱਸਦੀਆਂ ਸੀਗੀਆਂ। ਉਹਨਾਂ ਦੇ ਮੂੰਹ ਤੇ ਸਮਾਈਲ ਦੱਸਦਾ ਸੀਗਾ। ਅਸੀਂ ਜੋ ਉਹਨਾਂ ਨੂੰ ਕਹਿੰਦੇ ਸੀ ਗੱਲ ਦਿਲ ਦੀ ਸਮਝ ਆਉਂਦੀ ਸੀ। ਸੋ ਅਸੀਂ ਉੱਥੋਂ ਨਿਕਲਦੇ ਟਰਕੀ ਦੇ ਵਿੱਚ ਕੀ ਹੋਇਆ ਕਿ ਇਸਤਾਨਬੁਲ ਤੋਂ ਜਦੋਂ ਅਸੀਂ ਨਿਕਲੇ, ਅਸੀਂ ਪਹਿਲਾ ਟਾਊਨ ਦੇ ਵਿੱਚ ਜਦੋਂ ਰੁਕੇ, ਉੱਥੋਂ ਜਿਹੜੀ ਸਾਡੀ ਜਰਨੀ ਸੀ ਅੱਗੇ, ਉਹ ਸਾਡਾ ਸੀਗਾ ਵੀ 300-400 ਕਿਲੋਮੀਟਰ ਤੇ ਅਸੀਂ ਫਲਾਣੇ ਮੈਜ਼ਰਫੋਰਨ ਸ਼ਾਇਦ ਸ਼ਹਿਰ ਸੀਗਾ, ਉੱਥੇ ਅਸੀਂ ਪਹੁੰਚ ਜਾਣਾ। ਪਰ ਜਿਉਂ ਅਸੀਂ ਨਿਕਲੇ 1 ਘੰਟੇ ਬਾਅਦ ਸਨੋ ਸ਼ੁਰੂ ਹੋ ਗਈ। ਨਾਰਦਰਨ ਪਾਰਟ ਇਹ ਬਲੈਕ ਸੀ ਦੇ ਥੱਲੇ ਚੱਲਦਾ, ਕੋਈ 50 ਕਿਲੋਮੀਟਰ ਬਲੈਕ ਸੀ ਤੋਂ ਥੱਲੇ ਉਹ ਪਲਾਨ ਨਹੀਂ ਸੀਗਾ। ਉਹ ਰਸਤਾ ਵੀ ਪਲਾਨ ਨਹੀਂ ਸੀਗਾ। ਸਾਨੂੰ ਪਤਾ ਨਹੀਂ ਸੀਗਾ ਵੀ ਇੱਕ ਗਰਮੀ ਹੋਣ ਕਰਕੇ ਅਸੀਂ ਸੋਚਿਆ ਵੀ ਕੋਈ ਚੱਕਰ ਨਹੀਂ। ਪਰ ਉਸ ਦਿਨ ਅਸੀਂ 630 ਕਿਲੋਮੀਟਰ ਕੀਤਾ। -8 ਡਿਗਰੀ ਟੈਂਪਰੇਚਰ ਸੀ ਕਈਆਂ ਥਾਵਾਂ ਤੇ, ਸਨੋ ਪੈਂਦੀ ਸੀ ਸੜਕ, ਔਰ ਇਟ ਵਾਸ ਅ ਬਲੈਂਕਟ ਆਫ ਸਨੋ ਐਵਰੀਵੇਅਰ। ਸੋ ਉਹ ਇੱਕ ਬੜਾ ਚੈਲੰਜਿੰਗ ਕੰਮ ਸੀਗਾ। ਪਰ ਅਸੀਂ 50 ਕਿਲੋਮੀਟਰ ਹੋਰ 50 ਕਿਲੋਮੀਟਰ ਇਹ ਸੋਚਦੇ ਸੀ ਸ਼ਾਇਦ ਮੁੱਕ ਜਾਣਾ ਵਾ ਵੀ ਇਸ ਸਟੋਰਮ ਦੇ ਵਿੱਚੋਂ ਨਿਕਲ ਜਾਈਏ। ਸੋ ਡੋਂਟ ਵਾਂਟ ਟੂ ਸਟੇ ਹੇਅਰ ਐਂਡ ਦੈਨ ਕੱਲ ਨੂੰ ਇਹ ਜ਼ਿਆਦਾ ਬਰਫ਼ ਪੈ ਜੇ ਅਸੀਂ ਸਟਕ ਹੋ ਜਾਈਏ। ਸੋ ਉਹ ਇੱਕ ਚੈਲੰਜਿੰਗ ਪਾਰਟ ਸੀਗਾ, ਪਰ ਵੀ ਓਵਰਕਮ ਬਾਬੇ ਦੀ ਮਿਹਰ ਦੇ ਨਾਲ ਬਹੁਤ ਵਧੀਆ ਰਿਹਾ। ਸੋ ਆਜ਼ਾਦ ਜੀ, ਜਿਹੜੇ ਤੁਸੀਂ ਪਹੁੰਚਦੇ ਸੀ, ਜਿਹੜੀ ਥਾਂ ਨੂੰ ਨਿਸ਼ਚਿਤ ਤੁਸੀਂ ਕੀਤਾ ਸੀ, ਉੱਥੇ ਤੁਹਾਡੀ ਰਿਜ਼ਰਵੇਸ਼ਨਸ ਵਗੈਰਾ ਹੋਟਲਸ ਵਗੈਰਾ ਰਹੇ ਜਾਂ ਕਿਤੇ ਕੋਈ ਪਬਲਿਕ ਪਲੇਸਿਸ ਦੇ ਵਿੱਚ ਰਹੇ ਜਾਂ ਕੋਈ ਗੁਰਦੁਆਰੇ ਹੈਗੇ ਸੀ, ਕੀ ਹੋਇਆ? ਐਸੀ ਕੋਈ ਵੀ ਚੀਜ਼ ਪ੍ਰੀ ਬੁੱਕ ਨਹੀਂ ਸੀ ਕੀਤੀ ਅਦਰ ਦੈਨ ਈਰਾਨ। ਈਰਾਨ ਦੇ ਵਿੱਚ ਸਾਡੇ ਕੋਲ ਮੈਂਡੇਟਰੀ ਸੀਗਾ, ਇਰਾਨੀਅਨ ਜਿਹੜਾ ਵੀਜ਼ਾ ਸੀਗਾ ਉਹ ਇਸੇ ਸ਼ਰਤਾਂ ਦਿੱਤਾ ਗਿਆ ਸੀ ਤੁਹਾਡੇ ਨਾਲ ਇੱਕ ਗਾਈਡ ਹੋਏਗਾ ਔਰ ਤੁਸੀਂ ਇਹਨਾਂ ਜਗ੍ਹਾ ਦੇ ਉੱਤੇ ਜਾਓਗੇ ਐਂਡ ਯੂ ਹੈਵ 5 days ਟੂ ਐਂਟਰ ਐਂਡ ਐਗਜ਼ਿਟ ਐਂਡ ਦੈਟਸ ਇਟ। ਉਸ ਤੋਂ ਇਲਾਵਾ ਸਾਡਾ ਕੋਈ ਵੀ ਬੁਕਿੰਗ ਨਹੀਂ ਸੀ। ਜਿੱਥੇ ਵੀ ਅਸੀਂ ਜਾਂਦੇ ਸੀਗੇ ਉੱਥੇ ਅਰੇਂਜਮੈਂਟ ਹੋ ਜਾਂਦਾ ਸੀਗਾ। ਔਰ ਜਦੋਂ ਵੀ ਅਸੀਂ ਆਪਣਾ ਐਕਚੁਅਲੀ ਸਕੈਜੂਲ ਰਿਲੀਜ਼ ਕੀਤਾ ਇੰਗਲੈਂਡ ਜਾ ਕੇ ਯੂਰਪ ਦਾ, ਸੋ ਲੋਕ ਤੇ ਰਾਹ 'ਚ ਖੜੇ ਸੀਗੇ। ਹਰਕਮਲ ਸੀਗਾ ਸ਼ਾਇਦ ਮੁੰਡੇ ਦਾ ਨਾਂ, ਮੈਂ ਭੁੱਲ ਨਾ ਰਿਹਾ ਹੋਵਾਂ। ਤੇ ਸਾਨੂੰ ਉਹ ਬੜੀਆਂ ਹੀ ਮੈਸੇਜ ਆ ਰਹੇ ਸੀਗੇ ਸਾਡੇ ਕੋਲ ਰੁਕ ਕੇ ਜਾਓ। ਸਾਡੇ ਕੋਲ ਸਮਾਂ ਨਹੀਂ ਸੀਗਾ, ਸੋ ਅਸੀਂ ਇਗਨੋਰ ਕਰਦੇ ਰਹੇ। ਔਰ ਜਦੋਂ ਅਸੀਂ ਵਿਆਨਾ ਗਏ ਵੈਨਿਸ, ਉਸ ਤੋਂ ਬਾਅਦ ਉਹ ਰਾਹ 'ਚ ਖੜਾ ਸੀਗਾ ਕਾਰ ਲੈ ਕੇ। That was the kind of enthusiasm। ਉਹਨੇ ਸਾਰਾ ਦਿਨ ਸਾਡੇ ਨਾਲ ਸਪੈਂਡ ਕੀਤਾ। ਤੇ ਸ਼ਾਮ ਨੂੰ ਉਹਨੇ ਫਿਰ ਵੀ ਨਹੀਂ ਕਿਹਾ ਕਿ ਅਸੀਂ ਕਿਹਾ ਵੀ ਅਸੀਂ ਅਗਲੇ ਪੜਾਅ ਤੇ ਜਾਣਾ। ਫਿਰ ਅਸੀਂ ਕਿਹਾ ਕਿ 100 ਕਿਲੋਮੀਟਰ ਐਕਸਟਰਾ ਚਲਾ ਲਾਂਗੇ, ਪਰ ਬੰਦੇ ਦੀ ਡੈਡੀਕੇਸ਼ਨ ਆ, ਨਾਰਾਜ਼ ਨਹੀਂ ਕਰ ਸਕਦੇ। ਵੰਡਰਫੁਲ। ਇੱਕ ਬ੍ਰੇਕ ਲੈਣੇ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਹੋਰ ਜਿਹੜੇ ਤੁਹਾਡੇ ਐਕਸਪੀਰੀਐਂਸਿਸ ਨੇ, ਖਾਸ ਤੌਰ 'ਤੇ ਜਦੋਂ ਅਸੀਂ ਕਹਿੰਦੇ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ, ਇਹ ਤੁਹਾਨੂੰ ਇੱਕ ਸੁਨਹਿਰਾ ਮੌਕਾ ਮਿਲਿਆ ਜਿੱਥੇ ਕਿ ਤੁਸੀਂ ਆਪਣੀ ਅੱਖੀ
ਜੋ ਦੁਨੀਆ ਹਸੀਨ ਦੁਨੀਆ ਹੈ ਉਹ ਤੁਸੀਂ ਘੁੰਮੀ ਵੇਖੀ, ਉਹ ਐਕਸਪੀਰੀਐਂਸਿਸ ਖਾਸ ਤੌਰ ਤੇ ਜਿਹੜੇ ਤੁਸੀਂ ਵਿਅਕਤੀਆਂ ਦੇ ਨਾਲ ਕਹਿ ਰਹੇ ਹੋ ਜਿਹੜੇ ਤੁਹਾਡੇ ਹੋਏ, ਇਹ ਜ਼ਰੂਰ ਮੈਂ ਚਾਹਾਂਗਾ ਕਿ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ, ਕਿਉਂਕਿ ਇਸ ਦੇ ਨਾਲ ਮੋਟੀਵੇਸ਼ਨ ਮਿਲਦੀ ਹੈ ਕਿ ਜਿੱਥੇ ਦੁਨੀਆ ਭਰ ਦੇ ਵਿੱਚ ਅੱਜ ਅਸੀਂ ਕਹਿੰਦੇ ਹਾਂ ਕਿ ਜੀ ਜੰਗਾਂ ਚੱਲ ਰਹੀਆਂ ਨੇ, ਲੋਕਾਂ ਦੀ ਨਫ਼ਰਤ ਹੈ, ਪਰ ਜੋ ਤੁਸੀਂ ਪਿਆਰ ਦਾ ਇਜ਼ਹਾਰ ਆਪ ਵਾਈਬਸ ਦਿੱਤੀਆਂ ਤੁਹਾਨੂੰ, ਉਹ ਪੋਜ਼ਿਟਿਵ ਵਾਈਬ ਮਿਲੀਆਂ ਵੀ। ਲੈਟਸ ਟਾਕ ਅਬਾਊਟ ਦਿਸ ਆਫਟਰ ਦਿਸ ਸ਼ਾਰਟ ਬ੍ਰੇਕ। So guys, we just arrived at the first Gurdwara in the 23rd district. ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਐਕਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਐਸਾ ਮੌਕਾ ਬਹੁਤ ਹੀ ਘੱਟ ਮਿਲਦਾ ਹੈ ਕਿਸੇ ਨੂੰ ਕਿ ਜੇਕਰ ਉਹ ਆਪਣਾ ਪੈਸ਼ਨ ਜੋ ਪਰਸਿਊ ਕਰਨਾ ਚਾਹੁੰਦਾ ਹੈ ਉਸ ਨੂੰ ਪੂਰਾ ਕਰ ਸਕੇ, ਪਰ ਸਿੱਖ ਮੋਟਰਸਾਈਕਲ ਕਲੱਬ ਦੇ ਇਹ 6 ਮੈਂਬਰਸ ਨੇ ਇਹ ਜਗ ਜ਼ਾਹਰ ਕਰਤਾ ਕਿ ਇਹ ਜੋ ਕੁਝ ਅਕੰਪਲਿਸ਼ ਕਰਨਾ ਚਾਹੁੰਦੇ ਸੀ ਇਸ ਮਿਸ਼ਨ ਰਾਹੀਂ ਉਹਦੇ ਵਿੱਚ ਇਹ ਕਾਮਯਾਬ ਹੋਏ। $1 ਲੱਖ ਇਹਨਾਂ ਨੇ ਇਕੱਠਾ ਕੀਤਾ, ਖਾਲਸਾ ਏਡ ਨੂੰ ਦਿੱਤਾ, ਅਤੇ ਕੋਈ ਵੀ ਪੈਸਾ ਜਿਹੜਾ ਸਪਾਂਸਰਡ ਪੈਸਾ ਨਹੀਂ ਸੀ, ਹਰ ਇੱਕ ਪੈਸਾ ਖਰਚਾ ਜਿਹੜਾ ਇਹਨਾਂ ਨੇ ਆਪਣੇ ਆਪ ਕੀਤਾ। ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਇਹ ਦਾਨ ਵੀ ਦਿੱਤਾ ਤਾਂ ਕਿ ਗੁਰੂ ਨਾਨਕ ਦਾ ਜਿਹੜਾ ਕਨਸੈਪਟ ਹੈਗਾ ਵੰਡ ਛਕੋ ਦਾ, ਉਸ ਨੂੰ ਵੀ ਇਹਨਾਂ ਨੇ ਪ੍ਰਮੋਟ ਕੀਤਾ। ਇਸ ਸੰਬੰਧ ਵਿੱਚ ਆਓ ਹੋਰ ਗੱਲਬਾਤ ਕਰਕੇ ਜਾਣਕਾਰੀ ਲੈਂਦੇ ਹਾਂ ਆਜ਼ਾਦ ਸਿੱਧੂ ਤੋਂ। ਸੋ ਆਜ਼ਾਦ ਜੀ, ਪਹੁੰਚ ਗਏ ਤੁਸੀਂ ਹੁਣ ਯੂਰਪ ਨੂੰ ਕ੍ਰਾਸ ਕਰਕੇ, ਜਦੋਂ ਤੁਸੀਂ ਈਰਾਨ ਵਾਲੇ ਪਾਸਿਓਂ ਲੰਘੇ। ਇਹਨਾਂ ਮੁਲਕਾਂ ਦੇ ਬਾਰੇ ਜੋ ਸਾਡੀ ਪਰਸੈਪਸ਼ਨਸ ਨੇ ਇੱਥੇ ਬੈਠ ਕੇ ਕੁਝ ਹੋਰ ਹੈਗੀਆਂ ਨੇ, ਬਟ ਲੈਂਗੁਏਜ ਬੈਰੀਅਰ ਤਾਂ ਸੀ, ਪਰ ਤੁਸੀਂ ਕਿਹਾ ਗੂਗਲ ਦੇ ਰਾਹੀਂ ਤੁਸੀਂ ਟਰਾਂਸਲੇਟ ਕਰ ਲੈਂਦੇ ਸੀ। ਬਟ ਇਫ ਯੂ ਕੈਨ ਜਸਟ ਟੇਕ ਅਸ ਥਰੂ ਦਿਸ ਜਰਨੀ, ਜਿਹੜੇ 4-5 ਮੁਲਕਾਂ 'ਚੋਂ ਤੁਸੀਂ ਲੰਘੇ, ਉੱਥੇ ਕਿਹੋ ਜਿਹੇ ਐਕਸਪੀਰੀਐਂਸਿਸ ਰਹੇ? ਹਰਪ੍ਰੀਤ, ਇਹ ਗੱਲ ਠੀਕ ਆ। ਮੈਂ ਇਹ ਆਪਣੇ ਤੁਹਾਨੂੰ ਦਿਲੋਂ ਗੱਲ ਦੱਸਦਾ ਕਿ ਕਈ ਵਾਰੀ ਅਸੀਂ ਕਿਤੇ ਮਹਿਫਲ 'ਚ ਬੈਠੇ ਹੁੰਦੇ ਜਾਂ ਕਿਤੇ ਵੀ ਅਸੀਂ ਗੱਲ ਕਰਨ ਲੱਗ ਜਾਂਦੇ ਹਾਂ ਔਰ ਸੁਣੀ ਸੁਣਾਈ ਗੱਲ, ਮੈਂ ਗਲਤ ਨਹੀਂ ਕਹਿੰਦਾ ਮੀਡੀਆ ਨੂੰ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਅਜ਼ਿਊਮ ਕਰ ਲਈਆਂ ਜਾਂਦੀਆਂ ਨੇ, ਉੱਥੇ ਪਹੁੰਚਿਆ ਨਹੀਂ ਜਾਂਦਾ, ਜਾਂ ਸੈਕਿੰਡ ਹੈਂਡ ਇਨਫੋਰਮੇਸ਼ਨ ਜਿਹੜੀ ਆ ਉਹ ਕਈ ਵਾਰੀ ਤੁਹਾਡੇ ਤੱਕ ਪਹੁੰਚਦਿਆਂ ਉਹ ਰਾਹ 'ਚ ਬਹੁਤ ਮਿਸਪਲੇਸ ਹੋ ਜਾਂਦੀ। ਪਰ ਆਪਾਂ ਬਿਨਾਂ ਕਿਸੇ ਦ੍ਰਿੜ ਸਬੂਤ ਤੋਂ ਆਪਾਂ ਬੜੇ ਦ੍ਰਿੜ ਹੁੰਦੇ ਉਸ ਕਨਸੈਪਟ 'ਤੇ ਵੀ ਨਹੀਂ ਇੱਦਾਂ ਹੀ ਹੁੰਦਾ, ਪਰ ਗਏ ਨਹੀਂ ਹੁੰਦੇ ਆਪਾਂ। ਹੁਣ ਉੱਥੇ ਜਾ ਕੇ ਆਏ ਹਾਂ, ਔਰ ਇਹੀ ਗੱਲ ਇੱਕ ਉੱਥੇ ਇੰਡੀਆ ਜਾ ਕੇ ਵੀ ਹੋਈ ਕਿ ਇੱਕ ਸੀਗੇ ਇੰਟਰਵਿਊ ਕਰ ਰਹੇ, ਉਹ ਬਾਰ-ਬਾਰ ਕਹਿ ਰਹੇ ਸੀਗੇ ਉੱਥੇ ਇੱਦਾਂ ਹੁੰਦਾ ਵਾ, ਇੱਥੇ ਇੱਦਾਂ ਹੁੰਦਾ। ਮੈਂ ਕਿਹਾ ਵੀ ਤੁਸੀਂ ਕਦੋਂ ਗਏ ਸੀਗੇ? ਉਹ ਕਹਿੰਦੇ ਮੈਂ ਗਿਆ ਨਹੀਂ। ਮੈਂ ਕਿਹਾ ਮੈਂ ਉੱਥੋਂ ਆਇਆ ਜੇ ਕੱਲ੍ਹ। ਠੀਕ। ਸੋ ਜੋ ਮੈਂ ਕਹਿ ਰਿਹਾ ਮੈਂ ਆਪਣੇ ਐਕਸਪੀਰੀਅੰਸ ਤੋਂ ਕਹਿ ਰਿਹਾ। ਖੈਰ, ਜਿਹੜੀ ਪਰਸੈਪਸ਼ਨ ਹੈ ਬਿਲਕੁਲ ਗਲਤ ਹੈ ਜੀ। ਆਮ ਧਾਰਨਾ ਜਿਹੜੀ ਆਮ ਲੋਕ ਨੇ ਉਹ ਬੜੇ ਚੰਗੇ ਨੇ। ਟਰਕੀ ਦੇ ਵਿੱਚ ਕੁਰਦਿਸ਼ ਬੋਲੀ ਜਾਂਦੀ ਮੇਰੇ ਖਿਆਲ, ਹਾਂ, ਉਹ ਜਿਹੜੀ ਬੋਲੀ ਆ ਉਹਨੂੰ ਬੋਲਣ ਵਾਲੇ ਲੋਕ ਬੜੇ ਮਿੱਠੇ ਨੇ। ਇੱਕ ਟਾਊਨ ਸੀਗਾ ਸਕਰੀਆ, ਅੱਛਾ ਜੀ, ਉਹਦੀ ਪ੍ਰੋਨਾਂਸੀਏਸ਼ਨ ਸਕਰੀਆ ਹਿਸਟੋਰਿਕ ਟਾਊਨ। ਉਹ 630 ਕਿਲੋਮੀਟਰ ਦਾ ਸਨੋ ਦਾ ਸਫ਼ਰ ਤੈਅ ਕਰਕੇ ਅਸੀਂ ਉੱਥੇ ਰਹੇ ਰਾਤ, 2 ਦਿਨ ਰਹੇ। ਫਿਰ ਉੱਥੇ ਅਸੀਂ ਮੋਟਰਸਾਈਕਲ ਦਾ ਆਇਲ ਚੇਂਜ ਵੀ ਕਰਾਇਆ। ਉਹ ਲੋਕ ਇੰਨੇ ਵਧੀਆ, ਉਹਨਾਂ ਦਾ ਜਿਹੜੀ ਹੌਸਪਿਟੈਲਿਟੀ ਲੈਵਲ ਪਰਫੈਕਟ, ਸਾਨੂੰ ਕਿਸੇ ਨੇ ਬੁਰੀ ਨਜ਼ਰ ਨਾਲ ਨਹੀਂ ਦੇਖਿਆ ਔਰ ਕੋਈ ਪ੍ਰੋਬਲਮ ਨਹੀਂ। ਜਿਹੜੀ ਕਹਿ ਰਹੇ ਕਿ ਉੱਥੇ ਆਹ ਹੋ ਜਾਂਦਾ, ਉੱਥੇ ਵਾਇਲੈਂਸ ਆ, ਸਾਡੇ ਮੋਟਰਸਾਈਕਲ ਸੜਕ ਦੇ ਉੱਤੇ ਲੱਗੇ ਸੀਗੇ, ਸਾਰੀ ਰਾਤ ਲੱਗੇ। ਹੋਟਲ ਵਾਲਿਆਂ ਨੂੰ ਪੁੱਛੋ, ਕਹਿੰਦੇ ਕੋਈ ਪ੍ਰੋਬਲਮ ਨਹੀਂ, ਇੱਥੇ ਜਿਹੜਾ ਸਮਾਨ ਤੁਸੀਂ ਉੱਤੇ ਰਹਿਣ ਦੇਣਾ ਉੱਤੇ ਰਹਿਣ ਦਿਓ, ਕੋਈ ਪ੍ਰੋਬਲਮ ਨਹੀਂ ਹੋਈ। ਸੋ ਇਹ ਇੱਕ ਆਮ ਲੋਕ ਜਿਹੜੇ ਆ, ਮੇਰਾ ਖਿਆਲ ਹੈ ਕਿ ਜਿਹੜੇ ਸਰਬੀਆ, ਰੋਮਾਨੀਆ, ਸਲੋਵਾਕੀਆ, ਕੁਝ ਇੱਕ ਥੋੜ੍ਹੇ ਜਿਹੇ ਗਰੀਬ ਮੁਲਕ ਨੇ, ਇਹਨਾਂ ਦੇ ਵਿੱਚ ਵੀ ਅਸੀਂ ਰਾਤ ਰਹੇ ਆ। ਰੋਮਾਨੀਆ 'ਚ ਟਿਮੀਸੋਰਾ ਸਾਡਾ ਰਹਿਣ ਦਾ ਵੀ ਸਬਬ ਬਣਿਆ। ਪਰ ਉਹਨਾਂ ਲੋਕਾਂ ਨੂੰ ਮੇਰਾ ਖਿਆਲ ਹੈ ਕਿ ਇਸ ਤੋਂ ਕਿ ਕਿਸੇ ਦਾ ਨੁਕਸਾਨ ਕਰੀਏ ਜਾਂ ਕੋਈ ਮਾੜੀ ਸੋਚ ਸੋਚੀਏ, ਉਹ ਇਹ ਸੋਚਦੇ ਵੀ ਸਾਨੂੰ ਸ਼ਾਮ ਦਾ ਖਾਣਾ ਕਿੱਦਾਂ ਮਿਲਣਾ। ਆਈ ਥਿੰਕ ਦੇ ਵਰਡ ਮੋਰ ਅਬਾਊਟ ਦੇਅਰ ਵੈਲ ਬੀਇੰਗਸ। ਸੋ ਐਸੀ ਕੋਈ ਗੱਲ ਨਹੀਂ ਹੈਗੀ ਵੀ ਜੋ ਦਿਖਾਇਆ ਜਾਂਦਾ ਉਹ ਨਹੀਂ, ਉਹ ਬਿਲਕੁਲ ਮੈਂ ਗਲਤ ਨਹੀਂ ਕਹਿੰਦਾ, ਪਰ ਇਹ ਤੁਹਾਨੂੰ ਦੱਸਦਾ ਗਰਾਊਂਡ ਰਿਐਲਿਟੀ ਇਜ਼ ਕਿ ਬੰਦੇ ਇੰਨੇ ਵਧੀਆ ਵਾ ਦੁਨੀਆ ਦੇ ਵਿੱਚ, ਭਾਵੇਂ ਉਹ ਕਿਸੇ ਵੀ ਰੰਗ ਧਰਮ ਦੇ ਬੰਦੇ ਸੀਗੇ, ਉਹਨਾਂ ਨੇ ਸਾਨੂੰ ਜੀ ਆਇਆਂ ਕਿਹਾ, ਨਾ ਜਾਣਦੇ ਹੋਏ ਵੀ ਸਾਨੂੰ ਪੂਰੀ ਉਹਨਾਂ ਨੇ ਆਉ-ਭਗਤ ਕੀਤੀ। ਗੈਸ ਜਾਂ ਖਾਣ ਪੀਣ ਦਾ ਜਿਹੜਾ ਕੀ ਨਾਲ ਹੀ ਤੁਸੀਂ ਰੱਖਦੇ ਸੀ, ਕਿਉਂਕਿ ਜਿੰਨੇ ਡਿਸਟੈਂਸਿਸ ਤੁਸੀਂ ਕਵਰ ਕਰਦੇ ਸੀ, ਕਈ ਥਾਵਾਂ 'ਤੇ ਪਤਾ ਹੀ ਨਹੀਂ ਕਿ ਗੈਸ ਮਿਲੇਗੀ ਵੀ ਕਿ ਨਹੀਂ ਮਿਲੇਗੀ। ਸੋ ਹਾਊ ਆਰ ਯੂ ਕੈਰਿੰਗ ਔਨ ਦੈਟ? ਗੈਸ ਦਾ ਸਾਡੇ ਕੋਲ ਸਰਪਲਸ ਸੀਗਾ, ਗੈਸ ਕੈਨ ਅਸੀਂ ਨਾਲ ਲੈ ਕੇ ਚੱਲੇ ਸੀਗੇ, ਪਰ ਕਿਤੇ ਵੀ ਇਹੋ ਜਿਹੀ ਪੈਟਰੋਲ ਦੀ, ਗੈਸ ਦੀ ਕੋਈ ਪ੍ਰੋਬਲਮ ਸਾਨੂੰ ਆਈ ਨਹੀਂ। ਜਿਹੜੇ ਡੈਸਟੀਨੇਸ਼ਨ ਮਿਲ ਹੀ ਜਾਂਦਾ ਸੀਗਾ। ਈਰਾਨ ਦੇ ਵਿੱਚ ਵੀ ਇੱਦਾਂ ਸੀਗਾ ਕਿ ਟਰਕੀ ਦੇ ਵਿੱਚ ਵੀ ਕਈਆਂ ਥਾਵਾਂ ਦੇ ਉੱਤੇ ਰਿਮੋਟ ਜਗ੍ਹਾ 'ਤੇ ਗੈਸ ਮਿਲ ਜਾਂਦੀ ਸੀ। ਪਰ ਪਾਕਿਸਤਾਨ 'ਚ ਆ ਕੇ ਈਵਨ ਸਰਬੀਆ ਵਰਗੇ ਮੁਲਕਾਂ ਦੇ ਵਿੱਚ ਵੀ ਗੈਸ ਲੋਕੀ ਕੈਨ ਰੱਖ ਕੇ ਬੈਠੇ ਸੀਗੇ। ਈਰਾਨ ਦੇ ਉੱਤੋਂ ਪਾਕਿਸਤਾਨ ਜਦੋਂ ਅਸੀਂ ਆਏ ਹਾਂ, ਉੱਥੇ ਗੈਸ ਹਰ ਦੁਕਾਨ ਦੇ ਉੱਤੇ
ਪੈਟਰੋਲ ਆ ਈਰਾਨ ਤੋਂ ਸਮਗਲ ਕਰਦੇ ਆ ਜਾਂ ਕਿੱਦਾਂ ਲਿਆਉਂਦੇ ਮੈਨੂੰ ਨਹੀਂ ਪਤਾ, ਬਟ ਟਰੱਕਾਂ ਦੇ ਟਰੱਕ, ਉਹ ਜਿਹੜਾ ਬਲੋਚਿਸਤਾਨ ਦਾ ਏਰੀਆ ਵਾ, ਉਹ ਬੈਲਟ ਆ ਜਿਹੜੀ ਈਰਾਨ ਦੇ ਬਾਰਡਰ ਨਾਲ ਲੱਗਦੀ ਆ, ਉਹਨਾਂ ਸਾਰਿਆਂ ਦਾ 90% ਧੰਦਾ ਸੀ ਉਹੀ ਵੇਖਿਆ ਵੀ ਉਹ ਪੈਟਰੋਲ ਲਿਆਉਂਦੇ ਬਾਰਡਰ ਤੋਂ ਤੇ ਇੱਥੇ ਵੇਚਦੇ ਆ। ਔਰ ਈਰਾਨ ਦੇ ਵਿੱਚ $1 ਦਾ 15 ਲੀਟਰ ਪੈਟਰੋਲ ਸੀਗਾ। ਵਾਓ। ਤੇ ਉਹੀ ਜਿਹੜਾ ਵਾ ਪਾਕਿਸਤਾਨ 'ਚ ਆ ਕੇ ਮੇਰੇ ਖਿਆਲ 83 ਕਿ 84 ਰੁਪਈਆ ਲੀਟਰ ਹੋ ਗਿਆ। ਤੇ ਯੂਰਪ ਦੇ ਵਿੱਚ $2-2.5 ਦੇ ਕਰੀਬ ਵੀ ਅਸੀਂ ਪੇ ਕਰਦੇ ਰਹੇ ਹਾਂ। ਕੋਈ ਐਸੀ ਪ੍ਰੋਬਲਮ ਨਹੀਂ ਆਈ, ਲੋਕ ਬਹੁਤ ਹੀ ਪਿਆਰ ਵਾਲੇ ਆ। ਸਿਰਫ ਇਹ ਆ ਵੀ ਤੁਹਾਡਾ ਜਿਹੜਾ ਪਿਆਰ ਰਿਸੀਵ ਕਰਨ ਦਾ ਚੈਨਲ ਹੈ ਉਹ ਖੁੱਲ੍ਹਾ ਹੋਣਾ ਚਾਹੀਦਾ। ਐਬਸੋਲੂਟਲੀ। ਕਿਹੜੀ ਉਹ ਚੀਜ਼ ਸੀ ਤੁਹਾਡੇ ਜਿਹੜੀ ਤੁਹਾਨੂੰ ਮੋਟੀਵੇਟ ਕਰਦੀ ਜਾ ਰਹੀ ਸੀ? ਕਿਉਂਕਿ ਜਿਸ ਤਰ੍ਹਾਂ ਤੁਸੀਂ ਸਟਾਰਮ ਦਾ ਜ਼ਿਕਰ ਕੀਤਾ, ਜਾਂ ਕਿਤੇ ਬਹੁਤ ਜ਼ਿਆਦਾ ਗਰਮੀ ਸੀ ਜਾਂ ਕਿਤੇ ਬਹੁਤ ਜ਼ਿਆਦਾ ਠੰਡ ਸੀ, ਆਫ ਕੋਰਸ ਬੰਦਾ ਜਦੋਂ ਗੱਡੀ ਜਾਂਦਾ ਫਿਰ ਤਾਂ ਬਹੁਤ ਕੁਝ ਸਮਾਨ ਰੱਖ ਲੈਂਦਾ, ਪਰ ਤੁਹਾਡੀ ਤਾਂ ਬੇਅਰ ਨੈਸੈਸਿਟੀਜ਼ ਲੈ ਕੇ ਘੁੰਮ ਰਹੇ ਹੋਵੋਗੇ। ਜੀ ਬਿਲਕੁਲ। ਸੋ ਕਿਹੜੀ ਤੁਹਾਨੂੰ ਮੋਟੀਵੇਸ਼ਨ ਸੀ ਜਦੋਂ ਤੁਸੀਂ ਡਰਾਈਵ ਕਰ ਰਹੇ ਸੀ ਇਕੱਲੇ, ਖਾਸ ਤੌਰ ਤੇ ਡਬਲ ਤਾਂ ਬੈਠੇ ਨਹੀਂ ਸੀ, ਇਕੱਲੇ ਤੁਸੀਂ ਮੋਟਰਸਾਈਕਲਸ ਤੇ ਸੀ। ਸੋ ਤੁਹਾਡਾ ਚੇਨ ਆਫ ਕਮਿਊਨੀਕੇਸ਼ਨ ਇੱਕ ਦੂਸਰੇ ਨਾਲ ਕੀ ਕੋਈ ਤੁਹਾਡੇ ਕੋਲ ਵਾਕੀ ਟਾਕੀ ਸੈਟ ਸੀ ਜਾਂ ਰੋਕ ਕੇ ਤੁਸੀਂ ਗੱਲਬਾਤ ਕਰਦੇ ਸੀ, ਤੇ ਆਪ ਇਕੱਲੇ ਆਪਣੇ ਆਪ ਨੂੰ ਕਿਵੇਂ ਤੁਸੀਂ ਮੋਟੀਵੇਟ ਕਰ ਰਹੇ ਸੀ? ਦੇਖੋ, ਡਾਊਨਫਾਲ ਬੰਦੇ 'ਚ ਆ ਜਾਂਦਾ ਵਾ ਕਿਸੇ ਵੇਲੇ, ਵਿਚਾਰਾਂ ਦਾ ਡਾਊਨਫਾਲ ਜਾਂ ਸਿਹਤ ਦਾ। ਸਿਹਤ ਸਾਡੀ ਬਿਲਕੁਲ ਠੀਕ ਰਹੀ, ਕੋਈ ਪ੍ਰੋਬਲਮ ਨਹੀਂ। ਕਿਤੇ ਕੋਈ ਜੇ ਮੈਂ ਥੋੜ੍ਹਾ ਜਿਹਾ ਡਾਊਨ ਹੋਇਆ ਵਿਚਾਰਾਂ ਦੇ ਪੱਖੋਂ ਜਾਂ ਮਨੋਬਲ ਦੇ ਪੱਖੋਂ, ਤੇ ਬਾਕੀ 5 ਬੰਦੇ ਮੈਨੂੰ ਸਪੋਰਟ ਕਰਨ ਨੂੰ ਸੀਗਾ, ਕੋਈ ਐਸੀ ਪ੍ਰੋਬਲਮ ਨਹੀਂ ਸੀ। ਦੂਜੀ ਗੱਲ ਇਹ ਸੀਗਾ ਵੀ ਇੱਕ ਟੀਚਾ ਸੀਗਾ, ਔਰ ਨਨਕਾਣਾ ਸਾਹਿਬ ਦਿਖਦਾ ਸੀਗਾ ਇਹ ਕਿ ਉਹ ਬੜੀ ਇੱਕ ਖਿੱਚ ਦਾ ਕੇਂਦਰ ਸੀਗਾ ਵੀ ਉੱਥੇ ਪਹੁੰਚਣਾ, ਗੁਰੂ ਨਾਨਕ ਪਾਤਸ਼ਾਹ ਦੇ ਉਸ ਜਗ੍ਹਾ ਦੇ ਦਰਸ਼ਨ ਕਰਨੇ, ਉੱਥੇ ਜਾਣਾ। ਤੇ ਇਹ ਇੱਕ ਖਿੱਚ ਦਾ ਕੇਂਦਰ ਸੀਗਾ। ਔਰ ਯਕੀਨ ਕਰਨਾ, ਵੀ ਟੁੱਕ ਇਟ ਡੇ ਬਾਈ ਡੇ। ਰਾਈਟ। ਇਹ ਕਦੀ ਨਹੀਂ ਸੋਚਿਆ ਹਾਂ ਇਹ ਠੀਕ ਹੈ ਪ੍ਰੀ ਪਲਾਨ ਸੀਗਾ ਕਿ ਅਸੀਂ ਇਸ ਤਰ੍ਹਾਂ ਪਹੁੰਚਣਾ, ਪਰ ਕੰਕਰੀਟ ਕੋਈ ਚੀਜ਼ ਨਹੀਂ ਸੀ। ਅਸੀਂ ਕਿਹਾ ਵੀ ਜਿੱਥੇ ਵੀ ਸਾਨੂੰ ਸੇਫਟੀ ਕੰਪਰੋਮਾਈਜ਼ ਹੁੰਦੀ ਦਿਖੀ ਅਸੀਂ ਅੱਗੇ ਨਹੀਂ ਤੁਰਨਾ। ਸੋ ਇਹ ਇੱਕ ਮੋਟੀਵੇਸ਼ਨ ਤੁਸੀਂ ਕਹਿ ਰਹੇ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਓਟ ਆਸਰਾ ਸੀਗਾ, ਉਹ ਸਭ ਤੋਂ ਵੱਡੀ ਮੋਟੀਵੇਸ਼ਨ ਸੀਗੀ ਸਾਡੇ ਲਈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਇਹ ਮੈਸੇਜ ਜਿਹੜਾ ਤੁਸੀਂ ਦੱਸ ਰਹੇ ਹੋ, ਤੁਹਾਨੂੰ ਹਰ ਪਾਸਿਓਂ ਲੋਕਾਂ ਨੇ ਪਿਆਰ ਦਿੱਤਾ, ਸਤਿਕਾਰ ਦਿੱਤਾ, ਤੇ ਤੁਸੀਂ ਇਸ ਦੁਨੀਆ ਨੂੰ ਜਿਹਨੂੰ ਕਹਿੰਦੇ ਨੇ ਜੀ ਆਪਣੀ ਅੱਖੀ, ਕਿਉਂਕਿ ਜਦੋਂ ਅਸੀਂ ਟਰੈਵਲ ਕਰਦੇ ਹਾਂ ਅਸੀਂ ਸਿਰਫ ਮੇਜਰ ਪਲੇਸਿਸ 'ਤੇ ਜਾਂਦੇ ਹਾਂ, ਪਰ ਤੁਸੀਂ ਉਹਨਾਂ ਰਿਮੋਟ ਥਾਵਾਂ ਤੋਂ ਲੰਘੇ ਜਿਹਦੇ ਵਿੱਚ ਕਿ ਸ਼ਾਇਦ ਹੀ ਕਦੀ ਕੋਈ ਗਿਆ ਹੋਵੇ। ਸੋ ਮੁਬਾਰਕਬਾਦ ਤੁਹਾਨੂੰ, ਸਾਨੂੰ ਬੜਾ ਮਾਣ ਹੈ ਕਿ ਤੁਸੀਂ ਇਹ ਇਨੀਸ਼ੀਏਟਿਵ ਲੈ ਕੇ ਇਸ ਕੌਮ ਦਾ ਨਾਮ ਰੌਸ਼ਨ ਕੀਤਾ, ਕਿਉਂਕਿ ਮਿਸ਼ਨ ਜਿਹੜਾ ਸੀ ਤੁਹਾਡਾ ਬੜਾ ਹੀ ਇੱਕ ਪਵਿੱਤਰ ਮਿਸ਼ਨ ਸੀ। ਅਖੀਰ ਵਿੱਚ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਜੀ ਧੰਨਵਾਦ ਕਰਨਾ ਚਾਹੁੰਦਾ ਸਾਰਿਆਂ ਉਹਨਾਂ ਲੋਕਾਂ ਦਾ, ਉਸ ਸੰਗਤ ਦਾ, ਜਿਨ੍ਹਾਂ ਨੇ ਸਾਨੂੰ ਨੋਇੰਗਲੀ ਅਨਨੋਇੰਗਲੀ ਸਾਨੂੰ ਕਿਤੇ ਨਾ ਕਿਤੇ ਸਪੋਰਟ ਕੀਤੀ ਹੈ। ਇੱਕ ਬਹੁਤ ਵੱਡਾ, ਇਟ ਵਾਜ਼ ਨਾਟ ਅਸ 6, ਇਹ ਇੱਕ ਬਹੁਤ ਵੱਡਾ ਮਿਸ਼ਨ ਸੀ। ਔਰ ਲੋਕਾਂ ਸਾਰਿਆਂ ਦੀ ਇਨਵੋਲਵਮੈਂਟ, ਦੁਨੀਆ ਸਾਰੀ ਇਨਵੋਲਵਮੈਂਟ ਜਿਹੜੀ ਜਿਨ੍ਹਾਂ ਦੀ ਇਨਵੋਲਵਮੈਂਟ ਰਹੀ ਆ, ਈਵਨ ਕੁਦਰਤ ਦਾ ਇਹਦੇ ਵਿੱਚ ਜਿਹੜੀ ਇਨਵੋਲਵਮੈਂਟ, ਮੈਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਸੀਂ। ਔਰ ਦੂਜੀ ਗੱਲ ਇਹ ਹੈ ਕਿ ਹੌਸਪਿਟੈਲਿਟੀ ਜਿਉਂ-ਜਿਉਂ ਯੂਰਪ ਦੇ ਵਿੱਚੋਂ ਜਿਹੜੀ ਉੱਥੇ ਇਨਫਰਾਸਟ੍ਰਕਚਰ ਸੀਗੀ ਜਾਂ ਸਾਰਾ ਕੁਝ ਬਹੁਤ ਵਧੀਆ ਸੀਗਾ, ਉਹ ਡਿਟੀਰੀਏਟ ਹੋਣੀ ਸ਼ੁਰੂ ਹੋਈ ਜਿਉਂ ਅਸੀਂ ਟਰਕੀ ਤੋਂ ਥੱਲੇ ਨੂੰ ਜਾਣਾ ਸ਼ੁਰੂ ਹੋਏ। ਪਰ ਨਾਲ ਦੀ ਨਾਲ ਹੀ ਉਹਨਾਂ ਦਾ ਹੌਸਪਿਟੈਲਿਟੀ ਲੈਵਲ ਜਿਹੜਾ ਉਹ ਰੇਜ਼ ਹੁੰਦਾ ਰਿਹਾ, ਉਹ ਬੈਲੈਂਸ। ਔਰ ਪਾਕਿਸਤਾਨ ਦੇ ਵਿੱਚ ਤੇ ਆਣ ਕੇ ਹੱਦ ਹੀ ਹੋ ਗਈ। ਉਹ ਐਸੇ ਲੋਕ ਨੇ, ਬਲੋਚਿਸਤਾਨ ਜਿੱਥੇ ਜ਼ਿਆਦਾ ਖਤਰਾ ਮੰਨਿਆ ਜਾਂਦਾ ਸੀਗਾ, ਉੱਥੇ ਸਾਨੂੰ ਸਾਰਿਆਂ ਨਾਲੋਂ ਜ਼ਿਆਦਾ ਸਕੂਨ ਸੀਗਾ। ਭਾਵੇਂ ਸਾਡੇ ਨਾਲ ਹਥਿਆਰਬੰਦ ਲੋਕ ਚੱਲਦੇ ਸੀਗੇ, ਸਾਡੇ ਕੋਲ ਇਜਾਜ਼ਤ ਨਹੀਂ ਸੀ, ਪਰ ਮਨ ਦੇ ਵਿੱਚ ਇੱਕ ਰੱਤੀ ਭਰ ਵੀ ਡਰ ਨਹੀਂ ਆਇਆ। ਸੋ ਹੌਸਪਿਟੈਲਿਟੀ ਪਾਕਿਸਤਾਨ ਦੀ ਨੰਬਰ 1 ਰਹੀ। ਔਰ ਉੱਥੋਂ ਦੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ, ਜੋ ਕਰਤਾਰਪੁਰ ਸਾਹਿਬ ਆਪਣੀ ਅੱਖੀ ਵੇਖ ਕੇ ਆਏ, ਜੋ ਉੱਥੇ ਹੋ ਰਿਹਾ ਲਾਂਘੇ ਬਾਰੇ, ਉਹ ਬਹੁਤ ਸਲਾਹੁਣਯੋਗ ਆ। ਐਂਡ ਦੇ ਵਿੱਚ ਇਹੀ ਗੱਲ ਹੈ ਕਿ ਰੰਗ ਬਦਲ ਗਿਆ, ਨਸਲ ਬਦਲ ਗਈ, ਸਭ ਕੁਝ ਬਦਲਦਾ ਗਿਆ, ਪਰ ਲਹੂ ਦਾ ਰੰਗ ਤੇ ਪਾਣੀ ਨਹੀਂ ਬਦਲਿਆ, ਉਹ ਉਹੀ ਟੇਸਟ ਰਿਹਾ। ਸੋ ਇਹ ਬਹੁਤ ਸਾਰੀਆਂ ਜਿਹੜੀਆਂ ਨੇ, ਮੈਂ ਸ਼ੁਕਰਗੁਜ਼ਾਰ ਹਾਂ ਗੁਰੂ ਸਾਹਿਬ ਦਾ ਕਿ ਮੈਂ ਇਸ ਦਾ ਹਿੱਸਾ ਬਣ ਸਕਿਆ। ਵੈਲ, ਯੂ ਆਰ ਦੋਜ਼ ਲੱਕੀ ਵਨਸ ਜਿਨ੍ਹਾਂ ਨੂੰ ਕਿ ਮੌਕਾ ਮਿਲਿਆ, ਤੇ ਆਸ ਕਰਦੇ ਹਾਂ ਕਿ ਇਹ ਮਿਸ਼ਨ ਤੁਸੀਂ ਹੋਰ ਅੱਗੇ ਹੋਰ ਚਲਾਓ ਤਾਂ ਕਿ ਹੋਰ ਲੋਕਾਂ ਨੂੰ ਇਸ ਦੇ ਵਿੱਚ ਮੌਕਾ ਮਿਲੇ। ਥੈਂਕ ਯੂ ਵੈਰੀ ਮਚ, ਐਂਡ ਵਨਸ ਅਗੇਨ ਬੈਸਟ ਵਿਸ਼ੇਸ, ਐਂਡ ਥੈਂਕ ਯੂ ਫॉर ਬੀਇੰਗ ਹੇਅਰ। ਥੈਂਕ ਯੂ ਹਰਪ੍ਰੀਤ ਜੀ।